ਗ੍ਰੇਸ ਜੀ ਪ੍ਰਾਰਥਨਾ ਭਵਨ ਵੱਲੋਂ ਸਾਰਿਆਂ ਨੂੰ ਜੈ ਮਸੀਹ ਕੀ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਅੱਛਾ ਸਮਾਂ ਸਾਡੇ ਜੀਵਨ ਦੇ ਵਿੱਚ ਦਿੱਤਾ। ਤੋ ਆਈਏ ਅਸੀਂ ਪਰਮੇਸ਼ਰ ਦੇ ਪਵਿੱਤਰ ਵਚਨ ਨੂੰ ਅੱਜ ਸਿੱਖਣ ਵਾਸਤੇ ਜਾਵਾਂਗੇ ਔਰ ਜਲਦੀ ਅਸੀਂ ਪ੍ਰਭੂ ਦੇ ਵਚਨ ਦੇ ਵੱਲ ਚਲੀਏ ਔਰ ਕੁਛ ਗੱਲਾਂ ਜਿਹੜੀਆਂ ਅਸੀਂ ਅੱਜ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਔਰ ਵਿਸ਼ਵਾਸੀ ਲੋਕਾਂ ਨੂੰ ਸਿੱਧ ਹੋਣਾ ਔਰ ਕਿਸ ਤਰ੍ਹਾਂ ਹੋ ਸਕਦੇ ਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਔਰ ਆਈਏ ਅਸੀਂ ਪ੍ਰਭੂ ਦੇ ਵਚਨ ਨੂੰ ਕੁਛ ਸਮੇਂ ਲਈ ਸਿੱਖਾਂਗੇ ਕਿ ਪਰਮੇਸ਼ਵਰ ਜਿਹੜੀ ਕਲੀਸਿਆ ਯਿਸੂ ਮਸੀਹ ਦੀ ਦੁਲਹਨ ਆ। ਹਾਲੇਲੂਇਆ। ਕਲੀਸਿਆ ਜਿਹੜੀ ਆ ਯਿਸੂ ਮਸੀਹ ਦੀ ਦੁਲਹਨ ਆ। ਅਤੇ ਇਸ ਕਰਕੇ ਅਸੀਂ ਉਸ ਪ੍ਰਭੂ ਦੇ ਵਚਨ ਨੂੰ ਪੜ੍ਹਾਂਗੇ। ਦੂਸਰਾ ਕਰੰਥੀਆਂ ਉਸ ਦਾ 11 ਅਧਿਆਏ ਉਸ ਦੇ ਦੂਸਰੇ ਵਚਨ ਤੋਂ ਆਪਾਂ ਪੜ੍ਹਾਂਗੇ। ਦੂਸਰਾ ਔਰ ਤੀਸਰਾ ਵਚਨ। दूसरा करंथियां उसका 11 अध्याय। हाँ जी पढ़ो। 11 का दूसरा और तीसरा वचन। क्योंकि मैं तुम्हारे विषय में ईश्वरीय गुण लगाया जाता हूँ, इसलिए कि मैंने एक ही पुरुष से तुम्हारी बात लगाई है कि तुम्हें पवित्र कुँवारी की नाई मसीह को सौंप दूँ। परंतु मैं डरता हूँ कि जैसे सांप ने अपनी चतुराई से हवा को बहकाया, वैसे ही तुम्हारे मन उस सिधाई और पवित्रता से जो मसीह के साथ होनी चाहिए कहीं भ्रष्ट ना की जाए। हाँ, इत्थे असीं परमेश्वर के वचन च पढ़ते हैं। लो मैं पढ़ूँगा तुहाडे वास्ते उसका दूसरा और तीसरा वचन। प्रभु का दास संत पौलुस कहंदा, तुहाडे लई मेरी अणख परमेश्वर जही अणख है, इसलिए जो मैं इक्को ही पति नाल तुहाडी कड़माई कीती पई तुहानूं पाक कुमारी वांगू मसीह दे अर्पण करां। पर मैं डरदा हाँ पई किते इउं ना होवे कि जिवें सप ने अपनी खच्चर विद्या नाल हवा नूं भरमाया, तुहाडे मन भी उस सादगी अते पवित्रताई तो जो मसीह दी वल है विगड़ जाण। हालेलुया। इत्थे की आ परमेश्वर दा बंदा संत पौलुस कहंदा कि मैं की कीता, तुहाडी जिहड़ी आ कुड़माई जिहड़ी आ ਉਹ ਇੱਕੋ ਹੀ ਦੇ ਨਾਲ ਕੀਤੀ ਆ, ਇੱਕ ਹੀ ਪਤੀ ਆ। ਤੁਹਾਡੀ ਕੜਮਾਈ ਪਾਕ ਕੁਮਾਰੀ ਦੇ ਵਾਂਗੂ ਤੁਹਾਡੀ ਕੜਮਾਈ ਕਰ ਦਿੱਤੀ ਆ। ਅਰਥਾਤ ਕਿੱਥੇ ਜੀ? ਉਸ ਯਿਸੂ ਮਸੀਹ ਦੇ ਨਾਲ। ਅਤੇ ਉਹਦਾ ਮਤਲਬ ਉਹ ਕਹਿੰਦਾ ਮੈਨੂੰ ਡਰ ਆ ਪਈ ਮੈਂ ਜਿਸ ਤਰ੍ਹਾਂ ਸੱਪ ਨੇ ਆਪਣੀ ਖਚਰ ਵਿਦਿਆ ਦੇ ਨਾਲ ਹਵਾ ਨੂੰ ਭਰਮਾ ਦਿੱਤਾ ਸੀਗਾ, ਉਹ ਤੁਹਾਨੂੰ ਵੀ ਕਿਤੇ ਭਰਮਾ ਨਾ ਦੇਵੇ। ਅਤੇ ਅੱਜ ਆਪਾਂ ਦੇਖਦੇ ਹਾਂ ਅੱਜ ਸੱਚਮੁੱਚ ਹੀ ਇਸੇ ਤਰ੍ਹਾਂ ਚੱਲ ਰਿਹਾ ਆ ਅਤੇ ਹੋ ਰਿਹਾ ਆ। ਲੋਕ ਕਿਸੇ ਤਰ੍ਹਾਂ ਦੇ ਭਰਮ ਦੇ ਵਿੱਚ ਭਰਮਾਵੇ ਦੇ ਵਿੱਚ ਪੈ ਰਹੇ ਆ ਔਰ ਉਹਨਾਂ ਨੂੰ ਇਹ ਪਤਾ ਨਹੀਂਗਾ ਕਿ ਅਸੀਂ ਕੀ ਆ। ਅਸੀਂ ਮਸੀਹ ਦੀ ਦੁਲਹਨ ਆ, ਅਸੀਂ ਯਿਸੂ ਮਸੀਹ ਦੀ ਦੁਲਹਨ ਆ। ਤੋ ਇਸ ਕਰਕੇ ਪਰਮੇਸ਼ਰ ਦਾ ਬੰਦਾ ਇਹ ਕਹਿੰਦਾ ਕਿ ਤੁਸੀਂ ਕੀ ਆ ਕਿ ਉਹਦੇ ਜਦੋਂ ਆਪਾਂ ਦੁਲਹਨ ਦੇ ਬਾਰੇ ਲਿਖਦੇ ਪੜ੍ਹਦੇ ਹਾਂ ਤਾਂ ਆਈਏ ਕੁਛ ਗੱਲਾਂ ਉਹਦੇ ਬਾਰੇ ਆਪਾਂ ਦੇਖਾਂਗੇ। ਅਫਸੀਆਂ ਦੀ ਪੱਤਰੀ ਉਹਦਾ 5 ਅਧਿਆਏ ਉਹਦੇ 22ਵੇਂ ਵਚਨ ਤੋਂ ਆਪਾਂ ਪੜ੍ਹਨਾ ਸ਼ੁਰੂ ਕਰਾਂਗੇ। ਅਫਸੀਆਂ ਦੀ ਪੱਤਰੀ ਉਸ ਦਾ 5ਵਾਂ ਅਧਿਆਏ 5ਵੇਂ ਅਧਿਆਏ ਦੀ 22 ਤੋਂ ਆਪਾਂ ਪੜ੍ਹਨੀ ਸ਼ੁਰੂ ਕਰਾਂਗੇ। ਤਾਂ ਉੱਥੇ ਜਿਹੜਾ ਪਤੀ ਪਤਨੀ ਦੇ ਕੁਛ ਰਿਸ਼ਤੇ ਬਾਰੇ ਲਿਖਿਆ ਆ ਉਹਦਾ ਆਪਾਂ ਦੇਖਾਂਗੇ। ਲਿਖਿਆ, ਹੇ ਪਤਨੀਓ ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਦੇ, ਕਿਉਂ ਜੋ ਪਤੀ ਪਤਨੀ ਦਾ ਸਿਰ ਹੈ, ਜਿਵੇਂ ਮਸੀਹ ਵੀ ਕਲੀਸਿਆ ਦਾ ਸਿਰ ਹੈ, ਉਹ ਤਾਂ ਆਪ ਦੇਹੀ ਦਾ ਬਚਾਉਣ ਵਾਲਾ ਹੈ। ਤੋ ਆਪਾਂ ਇਸੇ ਪੜ੍ਹਦੇ ਹਾਂ ਪ੍ਰਭੂ ਦੇ ਵਚਨ ਦੇ ਵਿੱਚ ਕਿ ਪਰਮੇਸ਼ਰ ਦਾ ਵਚਨ ਕਹਿੰਦਾ ਆ ਕਿ ਹੇ ਪਤਨੀਓ ਤੁਸੀਂ ਆਪਣੇ ਪਤੀਆਂ ਦੇ ਕੀ ਹੋਵੋ? ਅਧੀਨ ਹੋਵੋ ਜਿੱਦਾਂ ਪ੍ਰਭੂ ਦੇ, ਕਿਉਂ ਜੋ ਪਤੀ ਪਤਨੀ ਦਾ ਸਿਰ ਹੈ, ਜਿਵੇਂ ਮਸੀਹ ਵੀ ਕਲੀਸਿਆ ਦਾ ਸਿਰ ਹੈ। ਤੋ ਇਹਦਾ ਮਤਲਬ ਕਿ ਯਿਸੂ ਮਸੀਹ ਕੀ ਆ? ਯਿਸੂ ਮਸੀਹ ਕਲੀਸਿਆ ਦਾ ਸਿਰ ਆ। ਹਾਲੇਲੂਇਆ। ਅਤੇ ਉਹ ਲਿਖਿਆ ਉਹ ਦੇਹੀ ਦਾ ਬਚਾਉਣ ਵਾਲਾ। ਦੇਖੋ ਜੋ ਕੁਛ ਵੀ ਮੂਵਮੈਂਟ ਸ਼ੁਰੂ ਹੁੰਦੀ ਆ ਜਾਂ ਉਹ ਕਿੱਥੋਂ ਸ਼ੁਰੂ ਹੁੰਦੀ ਆ? ਦਿਮਾਗ ਤੋਂ, ਸਿਰ ਤੋਂ ਸ਼ੁਰੂ ਹੁੰਦੀ ਆ। ਅਤੇ ਜਦੋਂ ਬੰਦੇ ਦਾ ਦਿਮਾਗ ਡੈਡ ਹੋ ਜਾਏ ਤਾਂ ਸਮਝ ਲਓ ਫਿਰ ਸਾਰਾ ਕੁਝ ਖਤਮ ਹੈ। ਫਿਰ ਤੁਸੀਂ ਉਹਦੇ ਜੋ ਮਰਜ਼ੀ ਨਾ ਦਿਮਾਗ ਹੀ ਸੌਂ ਗਿਆ ਅਤੇ ਫਿਰ ਉਹਦੇ ਜੋ ਮਰਜ਼ੀ ਮਾਰੀ ਜਾਓ, ਹੈ ਨਾ, ਚੁੰਡੀਆਂ ਵੱਢੀ ਜਾਓ, ਕੁਛ ਨਹੀਂ ਪਤਾ ਲੱਗਣਾ। ਪਰ ਜਦੋਂ ਦਿਮਾਗ ਜਿਹੜਾ ਸਹੀ ਹੈ
तो फिर सिर सही आ, दिमाग सही आ, तो फिर सारा कुछ ਵਧੀਆ ਹੋਊਗਾ। तो इस करके ਆਪਾਂ जो भी कुछ काम करना तो पहला कितों ਆਪਾਂ ਨੂੰ आर्डर कितों मिलता, दिमाग तो मिलता है ना। फिर सोचते हैं पहला तो फिर शुरू करते हैं। इस तरह ਉਹਦਾ मतलब है कि जिस तरह पति ਜਿਹੜਾ ਆ पत्नी का सिर आ, इस तरह मसीह ਜਿਹੜਾ कलीसिया ਦਾ सिर आ। तो इस करके अज ਆਪਾਂ देखते हैं कि लोग ਜਿਹੜੇ ਆ ਇੱਦਾਂ ਦੇ ਭਰਮਾਵੇ ਦੇ ਵਿੱਚ फस गए आ कि कलीसिया मसीह नूं छड्ड के, मसीह सिर नूं छड्ड के ते अलग अलग चीज़ों के उत्ते चित्त लाई बैठे आ, अलग अलग वचनों के उत्ते चित्त लाई बैठे आ। पर साडे ये सानूं पता होना चाहिए आ कि मसीह जिहड़ा आ कलीसिया दा सिर आ, ते वो साडा प्रभु आ, ते वो साडा पति आ। हालेलुया। तो इस करके उदाहरण दी गई है, इत्थे दस्सिया गया वो तो आप देही का बचाउण वाला है, पर तां भी जिस प्रकार कलीसिया मसीह के अधीन है, इस प्रकार पत्नियां भी हर गल विच अपनियां पतियां दे अधीन होण। इत्थे लिखिया हर गल विच, है ना, इत्थे लिखिया पत्नियां हर गल विच अपने पतियां दे अधीन रहण। इहदा मतलब ये गल जिहड़ी सानूं दसदी आ कि असीं हर गल दे विच अपने परमेश्वर दे, अपने पिता दे, अपने पति दे अधीन रहना है। हालेलुया। हरेक गल विच जिहड़ी वचन दे विच दर्ज आ, जिहड़ी वचन दे विच लिखी हुई आ, जो परमेश्वर साडे कोलों चाहुंदा आ कि असीं उहदे की रहीए, अधीन रहीए, असीं उहदी मर्जी नूं पूरा करिए। देखो अज किन्ने लोग परमेश्वर की मर्जी नूं पूरा करदे आ, ते जो परमेश्वर कहंदा, परमेश्वर दा वचन कहंदा ते उहनूं पूरा करदे आ। देखो यीशु मसीह ने कहा, जदों असीं मत्ती दी इंजील दे विच पढ़दे आ, ते यीशु मसीह ने कहा मैं अपनी कलीसिया नूं बनाऊंगा ते जिहड़े अंधलोक दे फाटक आ उन्हां दा ते कोई बस नहीं होऊगा, अंधकार दीयां शक्तियां दा उत्ते कोई बस नहीं होऊगा। इहदा मतलब कि अज तुसीं देखो कई बारी कई सानूं इदां दी चीज़ां सुनन नूं मिलदियां कि जिहड़े विश्वासी आ ना, विश्वासियां च भूत निकलदे, है ना। देखो किड्डी हैरानी वाली गल आ ते सोचण वाली गल है ना, तो विश्वासियों च भूत निकलते। तो पर यीशु मसीह ने कहा मैं अपनी कलीसिया नूं बनाऊंगा तो अंधकार दीयां शक्तियां दा उत्ते कोई बस नहीं चलूगा। तो इस करके वो चीज़ां कदों हुंदियां जदों असीं एक पति ते पत्नी दे रिश्ते विच जदों की पै जांदी आ, दरार पै जांदी आ, उदों मुसीबतां आउंदियां आ, उदों परिवार दे विच शांति खत्म हुंदी आ। इस तरह साडे मसीह जीवन दे विच भी जदों इस तरह दे माहौल बन जांदा, असीं अपने पति दे नाल, अपने परमेश्वर दे नाल जदों असीं वफादार नहीं रहिंदे, वफादारी नाल नहीं चलदे, तो कई तरह दीयां समस्या जिहड़ियां वो साडे जीवन दे विच सानूं उन्हां दा सामना करना पैंदा। ते देखो कई बारी कई तरह दीयां थोड़ां जिहड़ियां साडे जीवन च आउंदियां आ कि असीं देखदे आ क्योंकि क्यों हुंदियां। आपां देखो अज कई परिवारां दे विच आ कि कई परिवारां दे विच इदां हुंदा कि बेचारियां बीबियां, है ना, बीबियां जिद्दां हिसाब ला लो कि जिहड़ियां बीबियां उही काम करदियां, है ना, ते पति जिहड़ा सिर आ, इहदा मतलब आपां उहनूं समझना आ, है ना, उहनूं मौका देना आ ते उहनूं ਉਹਦਾ दसना आ, तो फिर ही की हो सकता एक परिवार वधिया तरीके ना चल सकता। इस तरह अज की आ, अज लोग ये कहते यीशु मसीह नूं पिछे करके कहते कोई नहीं मैं आपे ही सारा कुछ कर लेना, यीशु मसीह नूं पिछे करके। पर नहीं, लिखिया बाइबल दसदी आ, यीशु मसीह कहते आ तुसीं मेरे तो बखरे हो के कुछ भी नहीं कर सकते। हालेलुया। इस करके असीं इस गल नूं समझना आ कि यीशु मसीह ने की कीता। इत्थे लिखिया कि हर गल विच पत्नियां हर गल विच अपने पतियां दे अधीन होण। हे पतियो, इत्थे फिर उहदे क्योंकि कलीसिया दे बारे आपां इत्थे पढ़दे आ, मसीह दे बारे पढ़दे आ, क्योंकि इत्थे अगली जदों बचनां दे विच पढ़दे आ उत्थे लिखिया भई उस नूं हे पतियो अपनियां पत्नियां नाल प्रेम रखो जिवें मसीह ने भी कलीसिया नाल प्रेम कीता अते अपने आप नूं उस दे लई दे दिता। हालेलुया। देखो किन्ना परमेश्वर दा जिहड़ा मसीह दा प्यार सीगा वो किदां दा जी, उन्हें अपने आप नूं की कर दिता, उहदे वास्ते दे दिता साडे वास्ते। हालेलुया। इहदा मतलब कि जिहड़ी पति दी जिम्मेवारी आ
ਉਹ ਮਾੜੀ ਮੋਟੀ ਜਿਹੀ ਨਹੀਂ ਆ, ਤਰਲੇ ਮਾਰਨ ਵਾਲੀ ਨਹੀਂ ਆ, ਬਲਕਿ ਜਾਨ ਦੇਣ ਵਾਲੀ ਜ਼ਿੰਮੇਵਾਰੀ ਆ। ਹਾਲੇਲੂਇਆ। ਤੇ ਯਿਸੂ ਨੇ ਕੀ ਕੀਤਾ ਸਾਡੇ ਵਾਸਤੇ ਜੀ? ਜਾਨ ਦਿੱਤੀ ਆ। ਕਿਸੇ ਹੋਰ ਨੇ ਸਾਡੇ ਲਈ ਜਾਨ ਨਹੀਂ ਦਿੱਤੀ, ਕਿਸੇ ਪਾਸਵਾਨ ਨੇ ਸਾਡੇ ਲਈ ਜਾਨ ਨਹੀਂ ਦਿੱਤੀ ਹੈਗੀ। ਇਸ ਕਰਕੇ ਅਸੀਂ ਉਹ ਸਾਡਾ ਪਰਮੇਸ਼ਵਰ, ਉਹ ਯਿਸੂ ਮਸੀਹ ਕਲੀਸਿਆ ਦਾ ਕੀ ਹੈ ਜੀ? ਸਿਰ ਵੀ ਆ ਤੇ ਕਲੀਸਿਆ ਦਾ ਦੁਲਹਾ ਵੀ ਆ। ਹਾਲੇਲੂਇਆ। ਤੇ ਅਸੀਂ ਕੀ ਕਰਨਾ? ਉਹਦੇ ਨਾਲ ਆਪਣੇ ਆਪ ਨੂੰ ਅਸੀਂ ਵਫਾਦਾਰ ਰਹਿਣਾ, ਕਿਉਂਕਿ ਯਿਸੂ ਨੇ ਸਾਡੇ ਵਾਸਤੇ ਕੀ ਕੀਤਾ ਜੀ? ਦੁੱਖ ਝੱਲਿਆ, ਮੁਸੀਬਤਾਂ ਝੱਲੀਆਂ। ਔਰ ਅਸੀਂ ਮੈਂ ਪੜ੍ਹਨ ਡਿਆ ਸੀਗਾ ਕਿ ਯਿਸੂ ਮਸੀਹ ਨੇ ਕਿੱਥੇ ਕਿੱਥੇ ਯਿਸੂ ਮਸੀਹ ਗਤਸਮਨੀ ਬਾਗ ਦੇ ਵਿੱਚ ਯਿਸੂ ਮਸੀਹ ਨੇ ਦੁੱਖ ਸਹਿਆ ਸਾਡੇ ਵਾਸਤੇ। ਤੇ ਮੈਂ ਪੜ੍ਹਨ ਡਿਆ ਸਵੇਰੇ ਤੇ ਲਿਖਿਆ, ਜਦੋਂ ਯਿਸੂ ਮਸੀਹ ਆਪਣੇ ਚੇਲਿਆਂ ਨਾਲ ਗਤਸਮਨੀ ਦੇ ਜਗ੍ਹਾ ਦੇ ਉੱਤੇ ਗਏ ਤੇ ਉਸ ਜਗ੍ਹਾ 'ਤੇ ਜਾ ਕੇ ਯਿਸੂ ਮਸੀਹ ਨੇ ਪ੍ਰਾਰਥਨਾ ਕੀਤੀ। ਜਦੋਂ ਪ੍ਰਾਰਥਨਾ ਕੀਤੀ ਤੇ ਬਾਈਬਲ ਦੱਸਦੀ ਯਿਸੂ ਮਸੀਹ ਦਾ ਪਸੀਨਾ ਜਿਹੜਾ ਸੀਗਾ ਲਹੂ ਦੀਆਂ ਬੂੰਦਾਂ ਬਣ ਕੇ ਡਿੱਗਣ ਡਿਆ ਸੀਗਾ ਵੀ ਇਹਨਾਂ ਉਹਨੂੰ ਦਿਸ ਰਿਹਾ ਸੀਗਾ, ਉਹ ਮੌਤ ਦਿਸ ਰਹੀ ਸੀ ਸਲੀਬ ਦੀ। ਤੇ ਉਹਨੇ ਪ੍ਰਾਰਥਨਾ ਕੀਤੀ, ਇਹ ਪਰਮੇਸ਼ਵਰ ਅਗਰ ਤੇਰੀ ਮਰਜ਼ੀ ਹੈ ਤਾਂ ਇਹ ਪਿਆਲਾ ਕੀ ਹੋ ਜਾਏ ਮੇਰੇ ਤੋਂ ਟਲ ਜਾਏ। ਤੇ ਪਰ ਫਿਰ ਲਿਖਿਆ 3 ਵਾਰੀ ਯਿਸੂ ਮਸੀਹ ਨੇ ਜਾ ਕੇ ਪ੍ਰਾਰਥਨਾ ਕੀਤੀ ਉਸ ਵਿਸ਼ੇ 'ਤੇ। ਪਰ ਉਹਨੇ ਕਿਹਾ ਇਹ ਅਗਰ ਨਹੀਂ ਟਲ ਸਕਦਾ ਤੇ ਤੇਰੀ ਮਰਜ਼ੀ ਪੂਰੀ ਹੋਵੇ। ਇਸ ਕਰਕੇ ਯਿਸੂ ਮਸੀਹ ਨੇ ਸਾਡੇ ਵਾਸਤੇ ਕੀ ਕੀਤਾ ਜੀ? ਦੁੱਖ ਸਹਿਆ, ਬਹੁਤ ਤਕਲੀਫ ਸਹੀ। ਔਰ ਲਿਖਿਆ ਫਿਰ ਦੂਸਰੀ ਜਿਹੜੀ ਜਗ੍ਹਾ ਸੀ ਗੱਥਾ ਦੇ ਵਿੱਚ ਜਾ ਕੇ ਉਸ ਜਗ੍ਹਾ ਦੇ ਉੱਤੇ ਯਿਸੂ ਮਸੀਹ ਨੂੰ ਲਿਆਂਦਾ ਗਿਆ ਔਰ ਉਸ ਜਗ੍ਹਾ ਦੇ ਉੱਤੇ ਯਿਸੂ ਮਸੀਹ ਦੇ ਉੱਤੇ ਤਾੜਨਾ ਕੀਤੀ ਗਈ ਔਰ ਉਸ ਜਗ੍ਹਾ 'ਤੇ ਵੀ ਯਿਸੂ ਮਸੀਹ ਨੂੰ ਕੀ ਕੀਤਾ ਗਿਆ? ਉਹਦੇ 'ਤੇ ਸਜ਼ਾ, ਉਹਨੇ ਸਾਡੀ ਸਜ਼ਾ ਜਿਹੜੀ ਸੀ ਆਪਣੇ ਉੱਪਰ ਲੈ ਲਈ। ਫਿਰ ਜਦੋਂ ਤੀਸਰੀ ਜਗ੍ਹਾ ਆਉਂਦੀ ਆ, ਉਹ ਆਉਂਦੀ ਜਿੱਥੇ ਸਲੀਬ 'ਤੇ ਯਿਸੂ ਮਸੀਹ ਨੂੰ ਦਿੱਤਾ ਗਿਆ, ਗੋਲਗਥਾ ਦੇ ਉੱਤੇ। ਇਹਦਾ ਮਤਲਬ ਯਿਸੂ ਮਸੀਹ ਨੇ ਸਾਡੇ ਵਾਸਤੇ, ਆਪਣੀ ਦੁਲਹਨ ਵਾਸਤੇ ਬਹੁਤ ਵੱਡੀ ਕੁਰਬਾਨੀ ਦਿੱਤੀ ਆ। ਇੱਥੇ ਤੱਕ ਇੱਕ ਕਤਰਾ ਜਿਹੜਾ ਖੂਨ ਦਾ ਯਿਸੂ ਨੇ ਸਾਡੇ ਵਾਸਤੇ ਬਹਾਇਆ। ਤੇ ਇਸ ਕਰਕੇ ਹਮੇਸ਼ਾ ਇਸ ਗੱਲ ਨੂੰ ਯਾਦ ਰੱਖਣਾ ਚਾਹੀਦਾ। ਤਾਂ ਹੀ ਇੱਥੇ ਲਿਖਿਆ, ਅਸੀਂ ਉਸ ਬਚਨ ਜਿਹੜਾ ਅੱਗੇ ਪੜ੍ਹਦੇ ਹਾਂ, ਉੱਥੇ ਲਿਖਿਆ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ, ਪਈ ਉਸ ਨੂੰ ਜਲ ਦੇ ਇਸ਼ਨਾਨ ਤੋਂ ਬਾਣੀ ਨਾਲ ਸ਼ੁੱਧ ਕਰਕੇ ਪਵਿੱਤਰ ਕਰੇ। ਕਿੱਦਾਂ ਜੀ? ਜਲ ਦੇ ਇਸ਼ਨਾਨ ਤੋਂ। ਤੇ ਅਗਲਾ ਜੀ, ਪਹਿਲਾਂ ਜੀ ਜਲ ਦੇ, ਜਿੱਦਾਂ ਆਪਾਂ ਤੋਬਾ ਕਰਦੇ ਹਾਂ ਔਰ ਬਪਤਿਸਮਾ ਲੈਂਦੇ ਹਾਂ। ਫਿਰ ਦੂਸਰਾ ਇੱਥੇ ਲਿਖਿਆ ਪਈ ਜਲ ਦੇ ਇਸ਼ਨਾਨ ਤੋਂ ਬਾਣੀ ਨਾਲ ਸ਼ੁੱਧ ਕਰਕੇ ਪਵਿੱਤਰ ਕਰੇ। ਹਾਲੇਲੂਇਆ। ਇਹਦਾ ਮਤਲਬ ਸਾਨੂੰ ਕਿਹੜੀ ਚੀਜ਼ ਪਵਿੱਤਰ ਕਰਦੀ ਆ? ਬਾਣੀ ਪਵਿੱਤਰ ਕਰਦੀ ਆ। ਤੇ ਜਦੋਂ ਆਪਾਂ ਬਾਣੀ ਸੁਣਨੀ ਨਹੀਂ, ਹੈ ਨਾ, ਜਦੋਂ ਬਾਣੀ ਸੁਣਨੀ ਨਹੀਂ, ਪਰਮੇਸ਼ਰ ਦੀ ਖਜੂਰੀ ਵਿੱਚ ਆਉਣਾ ਹੀ ਨਹੀਂ, ਪਰਮੇਸ਼ਰ ਦੇ ਚਰਨਾਂ 'ਚ ਬਹਿਣਾ ਹੀ ਨਹੀਂ, ਤੇ ਫਿਰ ਸਾਡਾ ਜੀਵਨ ਸਾਫ਼ ਕਿੱਦਾਂ ਹੋਊਗਾ? ਫਿਰ ਸਾਨੂੰ ਕਿੱਦਾਂ ਪਤਾ ਲੱਗੂਗਾ? ਸਾਡਾ ਰਿਸ਼ਤਾ ਉਸ ਮਾਲਕ ਦੇ ਨਾਲ ਕਿੱਦਾਂ ਸਹੀ ਹੋਊਗਾ? ਅੱਜ ਦੇਖੋ, ਅੱਜ ਘਰ ਦੇ ਵਿੱਚ ਪਤੀ ਤੇ ਪਤਨੀ ਦਾ ਅੱਛੇ ਸੰਬੰਧ, ਰਿਸ਼ਤੇ ਨਹੀਂ ਹੈਗੇ, ਦਰਾਰ ਪਈ ਹੋਈ ਆ। ਪਰ ਉਹ ਪੌਲਸ ਇਹ ਕਹਿੰਦਾ, ਮੈਂ ਇਸ ਗੱਲ ਤੋਂ ਡਰਦਾ ਹਾਂ ਕਿ ਜਿਸ ਤਰ੍ਹਾਂ ਹਵਾ ਨੂੰ ਸੱਪ ਨੇ ਆਪਣੀ ਖਚਰ ਵਿਦਿਆ ਦੇ ਨਾਲ ਭਰਮਾ ਦਿੱਤਾ, ਕਿਤੇ ਤੁਹਾਨੂੰ ਵੀ ਕੋਈ ਇਸੇ ਤਰ੍ਹਾਂ ਨਾ ਕਰੇ। ਅੱਜ ਦੇਖੋ, ਅੱਜ ਲੋਕ ਜਿਹੜੇ ਇੱਥੇ ਤੱਕ ਕਰਦੇ ਆ ਕਿ ਜੇ ਕੋਈ ਵਧੀਆ ਪਰਿਵਾਰ ਚੱਲਣ ਡਿਆ ਤੇ ਸ਼ੈਤਾਨ ਇਹ ਚਾਹੁੰਦਾ, ਕਿਉਂਕਿ ਵਧੀਆ ਪਰਿਵਾਰ ਕਿਹੜਾ ਹੁੰਦਾ? ਜਿੱਥੇ ਪਤੀ ਤਾਂ ਪਤਨੀ ਦੀ ਸਲਾਹ ਹੋਵੇ, ਉਹਨੂੰ ਵਧੀਆ ਪਰਿਵਾਰ ਕਿਹਾ ਜਾਂਦਾ। ਤੇ ਇਹ ਸ਼ੈਤਾਨ ਇੰਨਾ ਚਲਾਕ ਆ, ਉਹ ਕੀ ਕਰੂਗਾ? ਘਰ ਵਾਲੀ ਨੂੰ ਕੁਛ ਹੋਰ ਤੇ ਘਰ ਵਾਲੇ ਨੂੰ ਕੁਛ ਹੋਰ, ਵੀ ਇਹਨਾਂ ਨੂੰ ਕੀ ਕਰੀਏ? ਇਹਨਾਂ ਨੂੰ ਲੜਾਈਏ, ਹੈ ਨਾ। ਇਹ ਸ਼ੈਤਾਨ ਦਾ ਮਕਸਦ ਵੱਡਾ, ਕਿਉਂਕਿ ਉਹਨੇ ਉਹ ਅਦਨ ਦੇ ਬਾਗ ਦੇ ਵਿੱਚ ਉਹੀ ਕੀਤਾ। ਉਹਨੇ ਕੀ ਕੀਤਾ? ਹਵਾ ਨੂੰ ਆਣ ਕੇ ਭਰਮਾਇਆ, ਉਹਨੂੰ ਕਿਹਾ ਤੁਸੀਂ ਆਹ ਫਲ ਕਿਉਂ ਨਹੀਂ ਖਾਂਦੇ? ਤੇ ਉਹ ਕਹਿੰਦੀ ਲੈ, ਸਾਨੂੰ ਤਾਂ ਪਰਮੇਸ਼ਰ ਨੇ ਮਨਾ ਕੀਤਾ। ਉਹ ਕਹਿੰਦਾ ਨਹੀਂ, ਪਰਮੇਸ਼ਰ ਨੇ ਤੁਹਾਨੂੰ ਮਨਾ ਨਹੀਂ ਕੀਤਾ। ਇਹ ਜਦੋਂ ਪਰਮੇਸ਼ਰ ਨੂੰ ਪਤਾ ਜੇ ਤੁਸੀਂ ਖਾਓਗੇ ਤੁਹਾਡੀਆਂ ਅੱਖਾਂ ਖੁੱਲ੍ਹ ਜਾਣੀਆਂ, ਹੈ ਨਾ, ਤੇ ਤੁਸੀਂ ਪਰਮੇਸ਼ਰ ਵਰਗੇ ਬਣ ਜਾਣਾ। ਤੇ ਹੈ ਉਹ ਕੌਣ ਸੀਗੇ? ਬਚਨ ਦੱਸਦਾ, ਪਰਮੇਸ਼ਰ ਨੇ ਉਹਨੂੰ ਆਪਣੇ ਵਰਗੇ ਹੀ ਬਣਾਇਆ ਸੀ। ਹਾਲੇਲੂਇਆ। ਪਰ ਉਹ ਕੀ ਕਹਿੰਦਾ? ਤੁਸੀਂ ਪਰਮੇਸ਼ਰ ਵਰਗੇ ਬਣ ਜਾਓਗੇ। ਤੇ ਉਹਦਾ ਮਤਲਬ ਉਹ ਭੁਲੇਖਾ ਜੀਵਨ 'ਚ ਪਾਤਾ। ਤੇ ਅੱਜ ਵੀ ਲੋਕ ਭੁਲੇਖਾ ਹੀ ਪਾਉਂਦੇ ਆ। ਲੈ, ਤੇਰਾ ਪਿਓ ਤੈਨੂੰ ਸਮਝਦਾ ਕੁਝ ਨਹੀਂ, ਹੈ ਨਾ, ਤੇ ਭੁਲੇਖੇ 'ਚ ਪਾਉਣਾ, ਹੈ ਨਾ, ਭੁਲੇਖੇ 'ਚ ਸ਼ੈਤਾਨ ਨੇ ਉਹਨੂੰ ਭੁਲੇਖੇ 'ਚ ਪਾ ਕੇ ਤੇ ਲਿਖਿਆ ਹਵਾ ਨੇ ਦੇਖਿਆ ਵਾਕਈ ਫਲ ਤੇ ਵਧੀਆ ਆ,
ਮਤਲਬ ਦੇਖਣ ਨੂੰ ਸੋਹਣਾ ਅਤੇ ਖਾਣ ਨੂੰ ਕਿੰਨਾ ਵਧੀਆ ਲੱਗਦਾ ਹੋਊਗਾ, ਹੈ ਨਾ। ਕਈ ਚੀਜ਼ਾਂ ਆਪਾਂ ਬਾਜ਼ਾਰ 'ਚ ਜਾਂਦੇ ਹਾਂ ਅਤੇ ਆਪਾਂ ਨੂੰ ਪਈਆਂ ਬੜੀਆਂ ਸੋਹਣੀਆਂ ਲੱਗਦੀਆਂ, ਉਹਨਾਂ ਨੇ ਸਵਾਰ ਰੱਖੀਆਂ ਹੁੰਦੀਆਂ, ਪਰ ਜਦੋਂ ਖਾ ਕੇ ਦੇਖਦੇ ਕਈ ਵਾਰੀ ਉਹਦਾ ਟੇਸਟ ਹੀ ਨਹੀਂ ਹੁੰਦਾ, ਹੈ ਨਾ। ਅਤੇ ਇਸ ਕਰਕੇ ਉਹਨੇ ਹਵਾ ਨੇ ਦੇਖਿਆ, ਉਹਨੇ ਆਪਣੀਆਂ ਅੱਖਾਂ ਨਾਲ, ਅਤੇ ਉਹਨੇ ਉਸ ਫਲ ਨੂੰ ਲਿਖਿਆ, ਉਹਨੇ ਤੋੜਿਆ ਅਤੇ ਉਹਨੇ ਅੱਧਾ ਖਾ ਲਿਆ ਅਤੇ ਅੱਧਾ ਆਪਣੇ ਘਰ ਵਾਲੀ ਰੱਖ ਲਿਆ। ਇਹਦਾ ਮਤਲਬ ਉਹਨਾਂ 'ਚ ਪਿਆਰ ਸੀ, ਹੈ ਨਾ, ਦੋਨਾਂ 'ਚ ਪਿਆਰ ਸੀ। ਅਤੇ ਅੱਜ ਵੀ ਜਿਸ ਘਰ ਦੇ ਵਿੱਚ ਪਿਆਰ ਹੁੰਦਾ ਨਾ, ਅੱਜ ਵੀ ਉਹ ਸੁਭਾਅ ਹੈਗਾ ਵੀ ਜਿਹੜੀ ਚੀਜ਼ ਜੇ ਘਰ ਵਾਲੀ ਦੇ ਕੋਈ ਚੀਜ਼ ਹੋਊਗੀ ਨਾ, ਉਹ ਜ਼ਰੂਰ ਆਪਣੇ ਘਰ ਵਾਲੇ ਲਈ ਰੱਖੂਗੀ, ਹੈ ਨਾ। ਅਤੇ ਜਿਹਦਾ ਪਿਆਰ ਨਹੀਂ ਹੈਗਾ ਉਹਨੂੰ ਕਹਿਣਾ ਚਲੋ ਕੁਛ ਮੈਂ ਖਾ ਲਾਂ, ਕੁਛ ਮੇਰੇ ਨਿਆਣੇ ਖਾ ਲੈਂਦੇ, ਚਲੋ ਦੌੜਾ ਫਿਰਨ ਦਿਓ ਇਹਨੂੰ, ਹੈ ਨਾ। ਅਤੇ ਇਹਦਾ ਤਾਂ ਕੰਮ ਹੀ ਇਹ ਆ ਨਾ, ਇੱਦਾਂ ਨਹੀਂ ਹੈਗਾ, ਉਹਨਾਂ ਦਾ ਪਿਆਰ ਸੀ। ਪਰ ਫਿਰ ਕੀ ਹੋਇਆ, ਉਹ ਜਿਹੜਾ ਫਲ ਹਵਾ ਨੇ ਖਾ ਲਿਆ, ਫਿਰ ਆਦਮ ਨੂੰ ਵੀ ਦੇ ਦਿੱਤਾ, ਅਤੇ ਫਿਰ ਕੀ ਹੋਇਆ, ਉਹ ਲਿਖਿਆ ਉਹ ਪਰਮੇਸ਼ਵਰ ਵਰਗੇ ਸੀ, ਪਰ ਹੁਣ ਕਿਹਦੇ ਵਰਗੇ ਹੋ ਗਏ, ਹੁਣ ਆਮ ਹੋ ਗਏ। ਅਤੇ ਉਹਨਾਂ ਦੀਆਂ ਅੱਖਾਂ ਜਿਹੜੀਆਂ ਜਸਮਾਨੀ ਅੱਖਾਂ ਖੁੱਲ੍ਹ ਗਈਆਂ, ਅਤੇ ਜਿਹੜੀਆਂ ਆਤਮਾ ਦੀ ਸੀ ਉਹ ਬੰਦ ਹੋ ਗਈਆਂ। ਅਤੇ ਫਿਰ ਉਹ ਲਿਖਿਆ ਉਹ ਲੁਕ ਗਏ, ਪਰ ਲੁਕ ਗਏ, ਪਰ ਫਿਰ ਵੀ ਪਰਮੇਸ਼ਵਰ ਨੇ ਉਹਨੂੰ ਛੱਡਿਆ ਨਹੀਂ। ਪਰਮੇਸ਼ਵਰ ਨੇ ਫਿਰ ਲਿਖਿਆ, ਪਰਮੇਸ਼ਵਰ ਆਇਆ, ਪਰਮੇਸ਼ਵਰ ਨੇ ਆਵਾਜ਼ ਮਾਰੀ ਵੀ ਆਦਮ ਤੂੰ ਕਿੱਥੇ ਆ? ਕਹਿੰਦਾ ਪਰਮੇਸ਼ਵਰ ਮੈਂ ਨੰਗਾ ਆਇਆ ਅਤੇ ਮੈਂ ਹੁਣ ਲੁਕਿਆ ਆ, ਮੈਂ ਤੇਰੇ ਤੋਂ ਡਰਦਾ ਹਾਂ। ਅਤੇ ਇਹਦਾ ਮਤਲਬ ਪਾਪ ਜਿਹੜਾ ਸਾਡੇ ਜੀਵਨ ਦੇ ਵਿੱਚ ਡਰ ਲੈ ਕੇ ਆਉਂਦਾ, ਅਤੇ ਬਚਨ ਨੂੰ ਨਾ ਮੰਨਣਾ ਸਾਡੇ ਜੀਵਨ 'ਚ ਡਰ ਲੈ ਕੇ ਆਉਂਦਾ। ਮੰਨ ਲਓ ਜੇ ਅਸੀਂ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰਦੇ ਹੋਵਾਂਗੇ, ਪਰਮੇਸ਼ਵਰ ਦੇ ਵਚਨ ਨੂੰ ਅਸੀਂ ਮੰਨਦੇ ਹੋਵਾਂਗੇ, ਤਾਂ ਫਿਰ ਆਪਾਂ ਡਰਾਂਗੇ ਨਹੀਂ, ਆਪਾਂ ਪਰਮੇਸ਼ਵਰ ਤੋਂ ਕੁਝ ਵੀ ਮੰਗ ਸਕਦੇ ਹਾਂ। ਅਤੇ ਪਰ ਜਦੋਂ ਆਪਾਂ ਨਹੀਂ ਕਰਦੇ, ਅਤੇ ਆਪਾਂ ਆਪਣੇ ਅੰਦਰ ਜਿਹੜਾ ਆਤਮਾ ਆ ਉਹ ਆਪਾਂ ਨੂੰ ਦੋਸ਼ੀ ਠਹਿਰਾਉਂਦਾ, ਉਹ ਕਹਿੰਦਾ ਨਹੀਂ ਤੂੰ ਕੀ ਮੰਗਣਾ, ਹੈ ਨਾ, ਤੂੰ ਤਾਂ ਬੰਦਗੀ ਨਹੀਂ ਕਰਦਾ। ਕਈ ਵਾਰੀ ਆਪਾਂ ਪ੍ਰਾਰਥਨਾ ਕਰਾਉਂਦੇ ਹਾਂ ਨਾ, ਪ੍ਰਾਰਥਨਾ ਕਰਾਉਂਦੇ ਤਾਂ ਕਈ ਵਾਰੀ ਆਪਾਂ ਨੂੰ ਮਹਿਸੂਸ ਹੁੰਦਾ ਵੀ ਅਸੀਂ ਆਪ ਤਾਂ ਕੁਛ ਕਰਦੇ ਹੀ ਨਹੀਂ, ਹੈ ਨਾ, ਆਪ ਤਾਂ ਆਪਾਂ ਬੰਦਗੀ ਨਹੀਂ ਕਰਦੇ। ਤਾਂ ਫਿਰ ਸਾਡੇ ਮੂੰਹ 'ਚੋਂ ਕਈ ਵਾਰੀ ਨਿਕਲ ਹੀ ਆਉਂਦੀ, ਗੱਲ ਨਿਕਲ ਹੀ ਆਉਂਦੀ। ਸਾਨੂੰ ਪਤਾ ਹੀ ਆ ਅਸੀਂ ਕਿੰਨੀ ਕੁ ਸੰਗਤੀ ਕਰਦੇ ਹਾਂ ਨਾ, ਸਾਡੇ ਮੂੰਹ 'ਚ ਆਪਣੇ ਆਪ ਨਿਕਲ ਆਉਂਦਾ, ਪਾਸਟਰ ਜੀ ਸਾਨੂੰ ਪਤਾ ਹੀ ਆ ਕਿ ਅਸੀਂ ਕਿੰਨੀ ਕੁ ਸੰਗਤ, ਆਪ ਕਿੰਨੀ ਕੁ ਸੰਗਤ ਕਰਦੇ ਹਾਂ ਅਤੇ ਕਿੰਨੀ ਕੁ ਦੁਆ ਕਰਦੇ ਹਾਂ। ਦੇਖੋ ਘਰ ਦੇ ਵਿੱਚ ਬਹਿ ਕੇ ਆਪਾਂ ਸੰਗਤ ਨਹੀਂ ਕਰ ਸਕਦੇ, ਸੰਗਤ ਜਿਹੜੀ ਹੈ ਉਹ ਸੰਗਤ ਦੇ ਵਿੱਚ ਹੀ ਹੋਣੀ ਆ। ਹਾਲੇਲੂਇਆ। ਕਿਉਂਕਿ ਮੈਂ ਪਿਛਲੀ ਵਾਰੀ ਦੱਸਿਆ ਸੀਗਾ ਵਚਨ ਦੇ ਵਿੱਚ, ਯਿਸੂ ਮਸੀਹ ਮੰਦਰ ਵਿੱਚ ਗਏ। ਦੇਖੋ ਜੇ ਯਿਸੂ ਮਸੀਹ ਚਰਚ ਵਿੱਚ ਗਏ ਆ ਅਤੇ ਸਾਨੂੰ ਨਹੀਂ ਜਾਣਾ ਚਾਹੀਦਾ। ਯਿਸੂ ਮਸੀਹ ਨੇ ਸਾਨੂੰ ਨਮੂਨਾ ਦਿੱਤਾ, ਸਾਰਾ ਕੁਝ ਸਾਨੂੰ ਯਿਸੂ ਮਸੀਹ ਨੇ ਸਿਖਾਇਆ। ਅਤੇ ਲਿਖਿਆ ਸੰਤ ਪੌਲਸ ਕਹਿੰਦਾ ਮੈਂ ਇੱਕੋ ਹੀ ਨਾਲ ਤੁਹਾਡੀ ਕੀ ਕੀਤੀ ਆ, ਕੁੜਮਾਈ ਕੀਤੀ ਆ, ਅਤੇ ਉਹਦਾ ਨਾਂ ਯਿਸੂ ਮਸੀਹ ਆ। ਅਤੇ ਉਹ ਕਹਿੰਦਾ ਉਹ ਕੀ ਕਰੇਗਾ ਤੁਹਾਨੂੰ, ਆਪਾਂ ਉਸ ਵਚਨ ਨੂੰ ਦੁਬਾਰਾ ਪੜ੍ਹੀਏ ਉੱਥੇ, ਭਈ 26ਵਾਂ ਵਚਨ, ਭਈ ਉਸ ਨੂੰ ਜਲ ਦੇ ਇਸ਼ਨਾਨ ਤੋਂ ਬਾਣੀ ਨਾਲ ਸ਼ੁੱਧ ਕਰਕੇ ਪਵਿੱਤਰ ਕਰੇ। ਜਲ ਦਾ ਇਸ਼ਨਾਨ ਮਤਲਬ ਬਪਤਿਸਮਾ, ਅਤੇ ਬਾਣੀ ਦੇ ਨਾਲ ਪਵਿੱਤਰ ਕਰਨਾ ਮਤਲਬ ਪਰਮੇਸ਼ਰ ਦੀ ਬਾਣੀ ਨੂੰ ਅਸੀਂ ਆਪਣੇ ਜੀਵਨ 'ਚ ਲੈਣਾ। ਜਦੋਂ ਅਸੀਂ ਪਰਮੇਸ਼ਰ ਦੀ ਬਾਣੀ ਨੂੰ ਸੁਣਾਂਗੇ, ਸਿੱਖਾਂਗੇ, ਫਿਰ ਸਾਨੂੰ ਪਤਾ ਲੱਗੂ। ਨਹੀਂ ਤਾਂ ਇੱਕ ਵਾਰੀ ਕਿਸੇ ਬੀਬੀ ਨੂੰ ਕਿਸੇ ਨੇ ਪੁੱਛ ਲਿਆ, ਕਹਿੰਦੇ ਆਹ ਯਿਸੂ ਮਸੀਹ ਤੁਹਾਡਾ ਸਲੀਬ 'ਤੇ ਕਾਹਤੋਂ ਮਰ ਗਿਆ? ਕਹਿੰਦੀ ਇਹਨੇ ਵੀ ਕੋਈ ਕਰ ਲਿਆ ਹੋਣਾ ਕੋਈ ਕਾਰਾ, ਹੈ ਨਾ, ਕਿਉਂਕਿ ਉਹਨੂੰ ਪਤਾ ਹੀ ਨਹੀਂ ਸੀ ਵੀ ਯਿਸੂ ਮਸੀਹ ਕਿਉਂ ਮਰਿਆ, ਹੈ ਨਾ, ਸਲੀਬ ਦੇ ਉੱਤੇ। ਅਤੇ ਇਸ ਕਰਕੇ ਜੇ ਸਾਨੂੰ ਪਤਾ ਹੋਊਗਾ ਅਸੀਂ ਦੱਸ ਸਕਦੇ ਹਾਂ, ਹੈ ਨਾ। ਅਤੇ ਆਪਾਂ ਅੱਜ ਆਪਾਂ ਸ਼ਲੋਕ ਪੜ੍ਹਦੇ ਹਾਂ, ਸੁਣਦੇ ਵੀ ਹਾਂ, ਏਕ ਪਿਤਾ ਏਕ ਕੀ ਹਮ ਬਾਰਕ, ਅਤੇ ਉਹ ਕਿਸੇ ਨੂੰ ਪਤਾ ਹੀ ਨਹੀਂ ਹਾਲੇ। ਅਤੇ ਇਹਦਾ ਮਤਲਬ ਯਿਸੂ ਮਸੀਹ ਕਲੀਸਿਆ ਦਾ ਸਿਰ ਆ, ਯਿਸੂ ਮਸੀਹ ਪਤੀ ਆ, ਉਹ ਸਾਡਾ ਪਤੀ ਪਰਮੇਸ਼ਵਰ ਆ। ਅਤੇ ਇਸ ਕਰਕੇ ਬਚਨ ਕਹਿੰਦਾ, ਬਾਣੀ ਕਹਿੰਦੀ ਆ ਕਿ ਪਤਨੀਆਂ ਹਰੇਕ ਗੱਲ ਵਿੱਚ ਆਪਣੇ ਪਤੀਆਂ ਦੇ ਕੀ ਹੋਣ, ਅਧੀਨ ਹੋਣ, ਹੈ ਨਾ, ਕਹਿਣੇਕਾਰ ਹੋਣ। ਇਹਦਾ ਮਤਲਬ ਅਸੀਂ ਆਪਣੇ ਪਤੀ ਦੇ ਕਿੰਨਾ ਕੁ ਕਹਿਣੇਕਾਰ ਆ, ਆਪਣੇ ਪਰਮੇਸ਼ਵਰ ਪਿਤਾ ਦੇ ਕਿੰਨਾ ਕਹਿਣੇਕਾਰ ਆ, ਪਰਮੇਸ਼ਵਰ ਸਾਡਾ ਕੀ ਕਹਿੰਦਾ ਸਾਨੂੰ ਕਰਨ ਵਾਸਤੇ, ਹੈ ਨਾ, ਅਤੇ ਅਸੀਂ ਕਰਦੇ ਹਾਂ। ਅਤੇ ਇੱਥੇ ਫਿਰ ਅਗਲੇ ਵਚਨ 'ਚ ਲਿਖਿਆ, ਅਤੇ ਉਹ ਉਸ ਨੂੰ ਆਪਣੇ ਲਈ ਇਹੋ ਜਿਹੀ ਪ੍ਰਤਾਪਵਾਨ ਕਲੀਸਿਆ ਤਿਆਰ ਕਰੇ ਜਿਹਦੇ ਵਿੱਚ ਕਲੰਕ ਜਾਂ ਵੱਜ ਜਾਂ ਕੋਈ ਇਹੋ ਜਿਹਾ ਔਗਣ ਨਾ ਹੋਵੇ, ਸਗੋਂ ਪਵਿੱਤਰ ਅਤੇ ਨਿਰਮਲ ਹੋਵੇ। ਕਹਿੰਦਾ ਪਰਮੇਸ਼ਰ ਨਹੀਂ ਚਾਹੁੰਦਾ ਸਾਡੇ ਵਿੱਚ ਕੋਈ ਝੁਰੀ ਹੋਵੇ, ਸਾਡੇ ਵਿੱਚ ਕੋਈ ਦਾਗ ਹੋਵੇ ਸਾਡੇ ਕੋਲ ਇੱਦਾਂ, ਪਰ ਉਹ ਕਿੱਦਾਂ ਠੀਕ ਹੋਣੇ ਆ? ਉਹ ਤਾਂ ਇਸ ਬਚਨ ਨੇ ਠੀਕ ਹੋਣੇ ਆ,
ਹਾਲੇਲੂਇਆ। ਜਿਹੜੇ ਦਾਗ ਆ, ਝੁਰੀਆਂ ਆ, ਹੈ ਨਾ। ਅਤੇ ਮੰਨ ਲਓ ਜਦੋਂ ਕੀ ਉਹਨੂੰ ਕਹਿੰਦੇ ਆ, ਜਦੋਂ ਵਿਆਹ ਹੁੰਦਾ ਅਤੇ ਜਿਹੜੀ ਕੁੜੀ ਆ ਉਹਨੂੰ ਕਿੱਥੇ ਲੈ ਕੇ ਜਾਂਦੇ? ਬਿਊਟੀ ਪਾਰਲਰ ਤੋਂ ਲੈ ਕੇ ਜਾਂਦੇ ਆ। ਅਤੇ ਪਰਮੇਸ਼ਵਰ ਦਾ ਜਿਹੜਾ ਬਿਊਟੀ ਪਾਰਲਰ ਆ, ਪਰਮੇਸ਼ਵਰ ਦੀ ਬਾਣੀ ਆ, ਸੰਗਤੀ ਆ, ਉਹਦੇ ਵਿੱਚ ਸ਼ਿੰਗਾਰਿਆ ਜਾਂਦਾ। ਉਹਦੇ ਵਿੱਚ ਸਾਨੂੰ ਪਤਾ ਲੱਗਦਾ ਇੱਥੋਂ ਅਸੀਂ ਗਲਤ ਹਾਂ, ਆਹ ਅਸੀਂ ਠੀਕ ਨਹੀਂ ਕਰ ਰਹੇ, ਸਾਨੂੰ ਇੱਥੋਂ ਆਪਣੇ ਆਪ ਨੂੰ ਸੁਧਾਰ ਕਰਨ ਦੀ ਜ਼ਰੂਰਤ ਆ। ਅਤੇ ਜਿਸ ਤਰ੍ਹਾਂ ਪ੍ਰਭੂ ਦੇ ਵਚਨ 'ਚ ਲਿਖਿਆ ਕਿ ਪਰਮੇਸ਼ਵਰ ਦਾ ਵਚਨ ਕੀ ਹੈ? ਇੱਕ ਸ਼ੀਸ਼ਾ ਆ। ਅਤੇ ਜਦੋਂ ਆਪਾਂ ਸ਼ੀਸ਼ੇ ਵਿੱਚ ਜਾ ਕੇ ਦੇਖਦੇ ਹਾਂ, ਫਿਰ ਸਾਨੂੰ ਪਤਾ ਲੱਗੂਗਾ ਵੀ ਅਸੀਂ ਇੱਥੋਂ ਗਲਤ ਹਾਂ। ਅਤੇ ਫਿਰ ਸ਼ੀਸ਼ਾ ਕੀ ਕਰਦਾ? ਸ਼ੀਸ਼ਾ ਸਿਰਫ ਸਾਨੂੰ ਕੀ ਕਰਦਾ ਹੈ? ਦੱਸਦਾ ਆ। ਸ਼ੀਸ਼ਾ ਸਾਨੂੰ ਸਾਫ਼ ਨਹੀਂ ਕਰਦਾ। ਅਤੇ ਇਸ ਕਰਕੇ ਸਾਫ਼ ਕਿਹਨੇ ਕਰਨਾ? ਅਸੀਂ ਆਪਣੇ ਆਪ ਕਰਨਾ। ਹਾਲੇਲੂਇਆ। ਮੰਨ ਲਓ ਸ਼ੀਸ਼ੇ ਦੇ ਮੂਹਰੇ ਆਪਾਂ ਖੜ੍ਹੇ ਹੋ ਗਏ ਹੈ ਨਾ, ਪਰਮੇਸ਼ਰ ਦਾ ਵਚਨ ਸ਼ੀਸ਼ਾ ਆ। ਪਰਮੇਸ਼ਰ ਦਾ ਵਚਨ ਸਾਨੂੰ ਗੱਲ ਕਰਦਾ ਹੈ, ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ। ਸ਼ੀਸ਼ੇ ਦੇ ਮੂਹਰੇ ਜਾ ਕੇ ਆਪਾਂ ਖੜ੍ਹੇ ਹੋ ਗਏ ਅਤੇ ਆਪਣੇ ਮੂੰਹ 'ਤੇ ਵਾਹਵਾ ਕੁਛ ਲੱਗਾ ਹੋਇਆ ਅਤੇ ਹੈ ਨਾ, ਆਹੋ, ਅਤੇ ਆਪਾਂ ਉਹਨੂੰ ਸ਼ੀਸ਼ੇ ਨੂੰ ਕਹਿਣ ਡੇ ਹੁਣ ਇਹਨੂੰ ਸਾਫ਼ ਕਰ ਦੇ, ਅਤੇ ਕਰੂਗਾ? ਉਹਨੇ ਨਹੀਂ ਕਰਨਾ ਸਾਫ਼, ਕਿਉਂਕਿ ਰੱਬ ਨੇ ਸਾਨੂੰ ਹੱਥ ਦਿੱਤੇ ਹੋਏ ਆ। ਇਸ ਕਰਕੇ ਪਰਮੇਸ਼ਵਰ ਨੇ ਇਹ ਸ਼ਮਤਾ ਸਾਨੂੰ ਦਿੱਤੀ ਹੋਈ ਆ, ਇਹ ਤਾਕਤ ਸਾਡੇ ਅੰਦਰ ਦਿੱਤੀ ਹੋਈ ਆ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਸੁਣੀਏ, ਪਰਮੇਸ਼ਰ ਦੇ ਵਚਨ ਨੂੰ ਮੰਨੀਏ, ਜਿਹੜੀ ਸਾਡੇ 'ਚ ਕਮੀ ਆ ਉਹਨੂੰ ਦੂਰ ਕਰੀਏ। ਅਤੇ ਜੇ ਅਸੀਂ ਦੂਰ ਕਰਦੇ ਹਾਂ ਤਾਂ ਸਮਝ ਲਓ ਅਸੀਂ ਰੱਬ ਦੇ ਵਚਨ ਨੂੰ ਮੰਨਦੇ ਹਾਂ। ਹਾਲੇਲੂਇਆ। ਅਤੇ ਜੇ ਅਸੀਂ ਦੂਰ ਨਹੀਂ ਕਰਦੇ ਤਾਂ ਸਮਝ ਲਓ ਆਪਾਂ ਢੀਠ ਹੋ ਜਾਂਦੇ ਉੱਥੇ, ਹੈ ਨਾ। ਜਿੱਦਾਂ ਆਪਾਂ ਕਿਸੇ ਬੱਚੇ ਨੂੰ ਆਵਾਜ਼ ਮਾਰੀ ਜਾਈਦੀ ਆ ਵੀ ਕਾਕਾ ਆਹ ਕੰਮ ਕਰ ਲਾ, ਅਤੇ ਉਹ ਕਹਿੰਦਾ ਕੋਈ ਨਹੀਂ ਕਰ ਲੈਣਾ, ਕੋਈ ਨਹੀਂ ਕਰ ਲੈਣਾ, ਕੋਈ ਨਹੀਂ ਕਰ ਲੈਣਾ, ਬਸ ਨਾ ਕਰਦਾ ਹੈ ਨਹੀਂ। ਅਤੇ ਜਿਹੜਾ ਢੀਠਪਣਾ ਉਹ ਸਾਨੂੰ ਚੰਗਾ ਨਹੀਂ ਲੱਗਦਾ ਅਤੇ ਪਰਮੇਸ਼ਰ ਨੂੰ ਚੰਗਾ ਲੱਗੂ। ਇਸ ਕਰਕੇ ਅਸੀਂ ਉਸ ਪਰਮੇਸ਼ਰ ਦੀ ਕੀ ਆ ਜੀ? ਪਰਮੇਸ਼ਰ ਨੇ ਸਾਨੂੰ ਕੀ ਦਿੱਤਾ? ਅੱਜ ਕੀ ਆ, ਜਦੋਂ ਕੁੜੀ ਨੂੰ ਦੇਖਣ ਜਾਂਦੇ ਆ ਤਾਂ ਉਹਨੂੰ ਕੀ ਦਿੰਦੇ ਆ? ਕੁਛ ਸਮਾਨ ਦਿੰਦੇ ਆ ਨਾ, ਚੀਜ਼ਾਂ ਦਿੰਦੇ ਆ। ਅਤੇ ਪ੍ਰਭੂ ਨੇ ਵੀ ਸਾਨੂੰ ਦਿੱਤੀਆਂ ਹੋਈਆਂ। ਪ੍ਰਭੂ ਨੇ ਸਾਨੂੰ ਕਿਹੜੀਆਂ ਚੀਜ਼ਾਂ ਦਿੱਤੀਆਂ? ਆਪਣੀ ਜਾਨ ਦਿੱਤੀ ਹੈ। ਹਾਲੇਲੂਇਆ। ਅਤੇ ਪੁੱਛਣਾ ਸਾਡੇ ਕੋਲੋਂ, ਸਾਫ਼ ਪੁੱਛਣਾ ਪ੍ਰਭੂ ਨੇ ਸਾਡੇ ਕੋਲ। ਆਈਏ ਇੱਕ ਬਚਨ ਹੋਰ ਪੜ੍ਹਾਂਗੇ ਆਪਾਂ, ਦੂਸਰਾ ਪਹਿਲਾ ਯੋਹੰਨਾ ਉਹਦਾ ਚੌਥਾ ਅਧਿਆਇ, ਪਹਿਲਾ ਯੋਹੰਨਾ 4:9 ਔਰ 10। ਪਰ ਪਰਮੇਸ਼ਵਰ ਦਾ ਪ੍ਰੇਮ ਸਾਡੇ ਵਿੱਚ ਇਸ ਤੋਂ ਪ੍ਰਗਟ ਹੋਇਆ ਜੋ ਪਰਮੇਸ਼ਵਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਸੰਸਾਰ ਵਿੱਚ ਘੱਲਿਆ ਭਈ ਅਸੀਂ ਉਹਦੇ ਰਾਹੀਂ ਜੀਵੀਏ। ਪ੍ਰੇਮ ਇਸ ਗੱਲ ਵਿੱਚ ਹੈ ਨਾ ਜੋ ਅਸਾਂ ਪਰਮੇਸ਼ਵਰ ਨਾਲ ਪ੍ਰੇਮ ਕੀਤਾ, ਸਗੋਂ ਇਹ ਜੋ ਉਹਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਪੁੱਤਰ ਨੂੰ ਘੱਲਿਆ ਭਈ ਉਹ ਸਾਡੇ ਪਾਪਾਂ ਦਾ ਪ੍ਰਾਸ਼ਚਿਤ ਹੋਵੇ। ਹਾਲੇਲੂਇਆ। ਦੇਖੋ, ਪਰਮੇਸ਼ਰ ਨੇ ਸਾਨੂੰ ਪ੍ਰੇਮ ਕੀਤਾ ਅਤੇ ਉਹਨੇ ਆਪਣੇ ਪੁੱਤਰ ਨੂੰ ਦਿੱਤਾ ਵੀ ਸਾਡੇ ਵਾਸਤੇ ਕੀ ਕਰੇ? ਉਹ ਪ੍ਰਾਸ਼ਚਿਤ ਕਰੇ ਜਾਂ ਪ੍ਰਾਸ਼ਚਿਤ ਬਣੇ, ਬਲੀਦਾਨ ਹੋਏ, ਤਾਂ ਕਿ ਅਸੀਂ ਬਚਾਏ ਜਾਈਏ ਸੰਸਾਰ 'ਚੋਂ। ਅਤੇ ਇਸ ਕਰਕੇ ਅਸੀਂ ਉਸ ਬਲੀਦਾਨ ਦੀ ਕਦਰ ਕਰਨੀ ਆ। ਅਤੇ ਪ੍ਰਭੂ ਦਾ ਜੋ ਬਚਨ ਕਹਿੰਦਾ, ਕਿਉਂਕਿ ਜਦੋਂ ਅਸੀਂ ਯੋਹੰਨਾ ਦੀ ਇੰਜੀਲ 3:16 ਪੜ੍ਹਦੇ, ਉੱਤੇ ਲਿਖਿਆ ਪਰਮੇਸ਼ਵਰ ਨੇ ਜਗਤ ਦੇ ਨਾਲ ਜਿਹਾ ਪਿਆਰ ਕੀਤਾ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਜੋ ਕੋਈ ਉੱਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਪਰ ਸਦਾ ਦੀ ਜ਼ਿੰਦਗੀ ਪਾਵੇ। ਇਸ ਕਰਕੇ ਪ੍ਰਭੂ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਵਾਸਤੇ ਆਈ ਯਿਸੂ ਮਸੀਹ। ਅਤੇ ਇਸ ਕਰਕੇ ਅਸੀਂ ਕੀ ਕਰੀਏ ਕਿ ਅਸੀਂ ਮਸੀਹ ਦੀ ਦੁਲਹਨ ਆ ਅਤੇ ਯਿਸੂ ਨੇ ਸਾਡੇ ਵਾਸਤੇ ਆਪਣੀ ਜਾਨ ਤੱਕ ਦਿੱਤੀ ਹੈ। ਅਤੇ ਇਸ ਕਰਕੇ ਅਸੀਂ ਆਪਣੇ ਆਪ ਨੂੰ ਉਹਦੇ ਹੱਥਾਂ ਵਿੱਚ ਸਮਰਪਣ ਕਰੀਏ, ਜੋ ਪ੍ਰਭੂ ਕਹਿੰਦਾ ਉਹ ਕਰਨਾ ਸ਼ੁਰੂ ਕਰੀਏ। ਦੇਖੋ, ਪਰਮੇਸ਼ਰ ਦਾ ਵਚਨ ਇਹ ਹੀ ਆ, ਜਿਹੜਾ ਪਰਮੇਸ਼ਰ ਸਾਨੂੰ ਪਿਆਰ ਕਰਦਾ ਉਹ ਕਹਿੰਦਾ 6 ਦਿਨ ਤੂੰ ਕੀ ਕਰ ਜੀ? ਕੰਮ ਧੰਦਾ ਕਰ। ਬਹੁਤ ਹੁੰਦੇ 6 ਦਿਨ, ਬੜਾ ਕੰਮ ਕਰ ਸਕਦੇ ਇਹਦੇ ਵਿੱਚ, ਪਰ ਕਹਿੰਦਾ 7ਵਾਂ ਦਿਨ ਕੀ ਆ? ਮੇਰੇ ਲਈ ਕੀ ਹੋਣਾ ਚਾਹੀਦਾ? ਪਵਿੱਤਰ ਹੋਣਾ ਚਾਹੀਦਾ। ਉਹ ਦੁਲਹਨ ਵਾਸਤੇ ਆ, ਲੋਕਾਂ ਵਾਸਤੇ ਨਹੀਂ ਆ। ਉਹ ਪਰਮੇਸ਼ਰ ਦੀ ਦੁਲਹਨ ਵਾਸਤੇ ਆ, ਕਲੀਸਿਆ ਵਾਸਤੇ ਆ, ਵਿਸ਼ਵਾਸੀਆਂ ਵਾਸਤੇ ਆ, ਦੂਸਰੇ ਲੋਕਾਂ ਵਾਸਤੇ ਨਹੀਂ ਆ ਵਚਨ। ਅਤੇ ਇਸ ਕਰਕੇ ਜਦੋਂ ਅਸੀਂ ਪ੍ਰਭੂ ਦੀ ਗੱਲ ਨੂੰ ਮੰਨਦੇ ਹਾਂ ਅਤੇ ਸੱਚਮੁੱਚ ਸਾਡਾ ਰਿਸ਼ਤਾ ਪਰਮੇਸ਼ਰ ਨਾਲ ਵਧੀਆ ਰਹਿੰਦਾ, ਸਾਡੇ ਪਰਿਵਾਰ ਸ਼ਾਂਤੀ ਬਣੀ ਰਹਿੰਦੀ ਆ, ਸਾਡੇ ਪਰਿਵਾਰ ਦੇ ਵਿੱਚ ਬਰਕਤ ਬਣੀ ਰਹਿੰਦੀ ਆ। ਕਿਸੇ ਗੱਲ ਦਾ ਘਾਟਾ ਜਿਹੜਾ ਪਰਮੇਸ਼ਰ ਹੋ ਰਹਿਣ ਨਹੀਂ ਦਿੰਦਾ। ਦੇਖੋ, ਅੱਜ ਆਪਾਂ ਵਿਚਾਰ ਕਰੀਏ ਕਿ ਜਦੋਂ ਅਸੀਂ ਪ੍ਰਭੂ ਦੇ ਲਈ ਕੁਛ ਕਰਨ ਦੇ ਲਈ ਆਪਾਂ ਨੂੰ ਮੌਕਾ ਆਉਂਦਾ ਤਾਂ ਆਪਾਂ ਕੀ ਕਰਦੇ? 100 ਵਾਰੀ ਸੋਚਦੇ ਹਾਂ। ਮੈਂ ਇੱਕ ਗਵਾਹੀ ਸੁਣਦਾ ਸੀਗਾ, ਆਪਾਂ ਇੱਥੇ ਪ੍ਰਭੂ ਦਾ ਵਚਨ ਨੂੰ ਸਮਾਪਤੀ ਕਰਾਂਗੇ। ਮੈਂ ਇੱਕ ਗਵਾਹੀ ਸੁਣ ਰਿਹਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਆਪਣੇ ਦੂਸਰੇ ਕਲੀਸਿਆ ਦੇ ਵਿੱਚ,
ਤੇ ਉਹ ਕਲੀਸਿਆ ਦੇ ਵਿੱਚ ਅਗਵਾਈ ਇਹ ਸੀਗੀ ਕਿ ਉਹ ਪ੍ਰਭੂ ਦਾ ਦਾਸ ਜਿਹੜਾ ਮੈਨੂੰ ਦੱਸਣ ਦਿਆ ਸੀਗਾ, ਕਹਿੰਦਾ ਉਹ ਜਿਹੜੀ ਭੈਣ ਜਦੋਂ ਪ੍ਰਭੂ ਦੇ ਵਿੱਚ ਆਏ ਆ, ਵਿਸ਼ਵਾਸੀ ਸੀਗੇ, ਜਦੋਂ ਆਏ ਆ ਨਾ ਤੇ ਉਹਦੀ 1200 ਰੁਪਈਆ ਉਹਨੂੰ ਤਨਖਾਹ ਮਿਲਦੀ ਸੀ। ਤੇ ਉਹਨੂੰ ਜਦੋਂ ਵਚਨ ਸੁਣਿਆ ਉਹਨੇ ਚਰਚ 'ਚੋਂ ਤੇ ਸਾਨੂੰ ਦਸਵੰਧ ਦੇਣਾ ਚਾਹੀਦਾ, ਤੇ ਕਹਿੰਦੇ ਉਹ ਭੈਣ ਕਹਿੰਦੀ ਮੈਂ ਰੋ ਰੋ ਕੇ ਦਸਵੰਧ ਦਿੰਦੀ ਸੀ 120 ਰੁਪਈਏ, ਵੀ 120 ਦਾ ਕੀ ਆਉਣਾ ਨਾ, ਤੇ ਮੇਰੇ ਦੁੱਧ ਵਾਲੇ ਦੇ ਪੈਸੇ ਦੇਣ ਵਾਲੇ ਆ ਤਾਂ ਮੈਂ ਉਹ ਦੇ ਦਊਂਗੀ। ਤੇ ਉਹ ਕਹਿੰਦੇ ਉਹ ਭੈਣ ਕਹਿੰਦੀ ਉਹਨੇ ਕਿਹਾ ਮੈਂ ਬੜੇ ਦੁਖੀ ਹੋ ਕੇ ਤਾਂ ਮੈਂ ਪਰ ਪ੍ਰਭੂ ਦੇ ਵਚਨ ਨੂੰ ਪੂਰਾ ਕਰਦੀ ਰਹੀ। ਵੀ ਉਹ ਦੁੱਖ ਹੁੰਦਾ ਜਦੋਂ ਕਈ ਵਾਰੀ ਆਪਣੇ ਕੋਲ ਪੈਸੇ ਹੀ ਉਹਨੇ ਹੋਣ ਨਾ ਤੇ ਦੁੱਖ ਹੁੰਦਾ, ਤੇ ਅੱਜ ਪ੍ਰਭੂ ਨੇ ਉਹਨਾਂ ਨੂੰ ਹਜ਼ਾਰਾਂ ਨਾਲ ਦੇਣ ਵਾਲੇ ਬਣਾਤਾ। ਕਿੰਨਾ ਮਹਾਨ ਆ ਪਰਮੇਸ਼ਰ। ਤੇ ਮੈਂ ਪੁੱਛਣ ਡਿਆ ਸੀਗਾ, ਉਹਨਾਂ ਦੀ ਲੜਕੀ ਕਿਤੇ ਕੰਮ ਲੱਗੀ ਹੋਈ ਆ, ਤੇ ਮੈਂ ਉਹਨੂੰ ਪੁੱਛਣ ਡਿਆ ਸੀਗਾ, ਮੈਂ ਕਿਹਾ ਵੀ ਉਹਨੂੰ ਕਿੰਨੀ ਕੁ ਤਨਖਾਹ ਮਿਲ ਜਾਂਦੀ? ਕਹਿੰਦਾ ਉਹਨੂੰ 40,000 ਰੁਪਇਆ ਮਿਲਦਾ। ਮੈਂ ਕਿਹਾ ਪ੍ਰਾਈਵੇਟ? ਕਹਿੰਦੇ ਹਾਂਜੀ। ਕਹਿੰਦੇ ਕਿਉਂਕਿ ਉਹ ਪ੍ਰਭੂ ਨਾਲ ਵਫਾਦਾਰ ਆ, ਪਰਮੇਸ਼ਰ ਨਾਲ ਵਫਾਦਾਰ ਰਹੇ ਆ। ਉਹਨਾਂ ਨੇ ਇੱਥੋਂ ਸ਼ੁਰੂ ਕੀਤੀ ਆਪਣਾ ਜਿਹੜਾ ਕੰਮ, ਤੇ ਕਹਿੰਦੇ ਹੁਣ ਉਹਦੀ ਮੈਰਿਜ ਆ, ਤੇ ਹੁਣ ਉਹਦੀ ਮੈਰਿਜ ਆ, ਤੇ ਉਹਨਾਂ ਨੇ ਜਿੱਥੇ ਉਹ ਕੰਮ ਕਰਦੀ ਆ, ਤੇ ਉਹ ਕਹਿੰਦੇ ਤੂੰ ਇੱਦਾਂ ਕਰਿਆ ਕਰ, ਕਿਉਂਕਿ ਪ੍ਰਾਰਥਨਾ ਕਰਦੀ ਆ, ਕਹਿੰਦੇ ਤੂੰ ਇੱਦਾਂ ਕਰਿਆ ਕਰ, ਤੂੰ ਨਾ 12 ਵਜੇ ਆਇਆ ਕਰ ਤੇ 5 ਵਜੇ ਚੱਲ ਜਾ ਕਰ, ਜਦ ਤੱਕ ਮੈਰਿਜ ਨਹੀਂ ਹੁੰਦੀ, ਛੱਡ ਨਾ। ਤੇ ਪ੍ਰਭੂ ਨੇ ਇੰਨੀ ਆਸ਼ੀਸ਼ ਦਿੱਤੀ ਉਸ ਦੁਕਾਨ ਨੂੰ ਉਹਦੇ ਜਾਣ ਨਾਲ। ਤੇ ਉਹ ਕਹਿੰਦੇ ਜਿੰਨੇ ਵੀ ਉੱਥੇ ਮੁਲਾਜ਼ਮ ਕੰਮ ਕਰਦੇ ਆ, ਵਾਹਵਾ ਮੁਲਾਜ਼ਮ ਕੰਮ ਕਰਦੇ, ਪਰ ਕਿਸੇ ਦੀ ਤਨਖਾਹ ਇੰਨੀ ਨਹੀਂ, ਕਈ 50-50 ਸਾਲ ਤੋਂ ਲੱਗੇ ਹੋਏ ਆ। ਪਰ ਪ੍ਰਭੂ ਕਿਹਨਾਂ ਨੂੰ ਵਧਾਉਂਦਾ? ਜਿਹੜੇ ਪਰਮੇਸ਼ਰ ਨਾਲ ਵਫਾਦਾਰ ਰਹਿੰਦੇ। ਕਹਿੰਦੇ ਉਹਨਾਂ ਨੇ ਉਹ ਜਿਹੜਾ ਮਾਲਕ ਸੀ, ਮਾਲਕ ਨੇ ਕਿਹਾ ਕੋਈ ਗੱਲ ਨਹੀਂ, ਅਸੀਂ ਤੇਰੇ ਵਿਆਹ ਦਾ ਖਰਚਾ, ਕਹਿੰਦੀ ਮੇਰਾ ਪਰਮੇਸ਼ਰ ਜਿਉਂਦਾ ਆ, ਉਹ ਸਭ ਕਰਨ ਦੀ ਸਾਮਰਥ ਰੱਖਦਾ। ਤੇ ਨਹੀਂ ਤਾਂ ਕੋਈ ਉੱਦਾਂ ਦਾ ਹੁੰਦਾ ਨਹੀਂ ਕਹਿਣਾ ਸੀਗਾ ਠੀਕ ਹੈ ਜੀ ਬਹੁਤ ਤੁਹਾਡਾ ਧੰਨਵਾਦ, ਹੈ ਨਾ ਕਹਿਣਾ। ਪਰ ਉਹਨੇ ਉੱਥੇ ਵੀ ਆਪਣੇ ਪਰਮੇਸ਼ਰ ਦੇ ਨਾਂ ਨੂੰ ਉੱਚਾ ਕੀਤਾ, ਤੇ ਪਰਮੇਸ਼ਰ ਨਹੀਂ ਕਰੂਗਾ। ਇਸ ਕਰਕੇ ਅਸੀਂ ਕਦੇ ਵੀ ਆਪਣੇ ਪਰਮੇਸ਼ਰ ਦੇ ਨਾਂ ਨੂੰ ਛੋਟਾ ਨਾ ਕਰੀਏ, ਆਪਣੇ ਪਤੀ ਨੂੰ ਕਦੇ ਵੀ ਛੋਟਾ ਨਾ ਕਰੀਏ। ਅਗਲੇ ਵਚਨ 'ਚ ਅੱਗੇ ਪੜ੍ਹਾਂਗੇ ਜਾ ਕੇ, ਉੱਥੇ ਲਿਖਿਆ ਪਤਨੀ ਆਪਣੇ ਪਤੀ ਤੇ ਮਾਣ ਕਰੇ, ਹਾਲੇਲੂਇਆ, ਘਮੰਡ ਕਰੇ, ਹਾਲੇਲੂਇਆ। ਇਹਦਾ ਮਤਲਬ ਕਿ ਜਿਹੜਾ ਅਸੀਂ ਇੱਥੇ ਸੰਸਾਰ ਦੇ ਵਿੱਚ ਕਿਹੜੀ ਪਤਨੀ ਆਪਣੇ ਪਤੀ ਤੇ ਘਮੰਡ ਕਰ ਸਕਦੀ? ਕੋਈ ਨਹੀਂ ਕਰ ਸਕਦੀ, ਹੈ ਨਾ। ਪਰ ਆਪਣਾ ਜਿਹੜਾ ਪਰਮੇਸ਼ਰ ਆ, ਪਤੀ ਆ, ਉਹਦੇ ਤੇ ਅਸੀਂ ਕੀ ਕਰ ਸਕਦੇ ਹਾਂ? ਘਮੰਡ ਕਰ ਸਕਦੇ ਹਾਂ, ਮਾਣ ਕਰ ਸਕਦੇ ਹਾਂ ਕਿ ਮੇਰਾ ਪਰਮੇਸ਼ਰ ਸਭ ਕੁਝ ਹੀ ਕਰ ਸਕਦਾ ਹੈ। ਅਤੇ ਇਸ ਕਰਕੇ ਸਾਨੂੰ ਉਹਦੇ ਅਧੀਨ ਰਹਿਣਾ ਪਊਗਾ। ਜੋ ਪ੍ਰਭੂ ਦਾ ਵਚਨ ਸਾਨੂੰ ਕਹਿੰਦਾ ਉਹ ਕਰਨਾ ਪਊਗਾ। ਦੇਖੋ ਕਈ ਵਾਰੀ ਪ੍ਰਭੂ ਦੇ ਲਈ ਆਪਾਂ ਸੋਚਦੇ ਰਹਿੰਦੇ ਅਤੇ ਜਦੋਂ ਘਰ 'ਚ ਕੋਈ ਮੁਸੀਬਤ ਆ ਜਾਏ ਤਾਂ ਫਿਰ ਕੀ ਹੁੰਦਾ? ਫਿਰ ਪਤਾ ਨਹੀਂ ਪੈਸੇ ਵੀ ਕਿੱਥੋਂ ਆ ਜਾਂਦੇ ਆ, ਅਤੇ ਜ਼ਰੂਰਤਾਂ ਵੀ ਕਿੱਥੋਂ ਹੋ ਜਾਂਦੀਆਂ, ਭਾਵੇਂ ਕਿੱਥੋਂ ਮੰਗ ਕੇ ਲਿਆਈਏ, ਤਰਲੇ ਕਰਕੇ ਲਿਆਈਏ। ਅਤੇ ਜਦੋਂ ਹੁਣ ਵੱਡਾ ਦਿਨ ਆਉਣਾ ਅਤੇ ਉਦੋਂ ਸਾਰਿਆਂ ਨੂੰ ਸੋਚਣਾ ਵੀ ਕੰਮ ਤਾਂ ਚੱਲਦੇ ਨਹੀਂ, ਕਿ ਪੈਸੇ ਕਿੱਥੋਂ ਦਈਏ, ਹੈ ਨਾ, ਬੰਦਗੀ ਕਰਨ ਵਾਸਤੇ ਪੈਸੇ ਕਿੱਥੋਂ ਦਈਏ। ਇਸ ਕਰਕੇ ਜਦੋਂ ਅਸੀਂ ਜ਼ਿਆਦਾ ਸੋਚਦੇ ਹਾਂ ਨਾ, ਅਤੇ ਸਾਡੀ ਬਰਕਤ ਵੀ ਸੋਚਦੀ ਰਹਿੰਦੀ ਵੀ ਇਹਨਾਂ ਦੇ ਘਰ ਬੜਾ ਕਿ ਨਾ ਬੜਾ। ਅਤੇ ਇਸ ਕਰਕੇ ਪ੍ਰਭੂ ਦੇ ਲਈ ਨਾ ਸੋਚੀਏ, ਬਲਕਿ ਪ੍ਰਭੂ ਵੀ ਨਹੀਂ ਸੋਚਦਾ। ਫਿਰ ਜਿਹੜੇ ਲੋਕ ਨਹੀਂ ਸੋਚਦੇ ਨਾ, ਜਿਹੜੇ ਵਚਨ ਨੂੰ ਪੂਰਾ ਕਰਦੇ ਆ, ਅਤੇ ਪਰਮੇਸ਼ਰ ਵੀ ਆਪਣੇ ਵਾਅਦਿਆਂ ਨੂੰ ਕੀ ਕਰਦਾ? ਉੱਥੇ ਪੂਰਾ ਕਰਦਾ ਹੈ। ਪਰਮੇਸ਼ਰ ਵੀ ਉਹਨਾਂ ਨੂੰ ਘਾਟੇ 'ਚ ਨਹੀਂ ਰਹਿਣ ਦਿੰਦਾ। ਇਸ ਕਰਕੇ ਅਸੀਂ ਆਪਣੇ ਪਰਮੇਸ਼ਰ ਨਾਲ ਵਫਾਦਾਰ ਰਹੀਏ, ਆਪਣੇ ਪਰਮੇਸ਼ਰ ਦਾ ਆਦਰ ਕਰੀਏ, ਆਪਣੇ ਦੁਲਹੇ ਦਾ ਆਦਰ ਕਰੀਏ, ਕਿਉਂਕਿ ਯਿਸੂ ਮਸੀਹ ਦੀ ਦੁਲਹਨ ਕਲੀਸਿਆ ਆ, ਅਤੇ ਉਹ ਆਪਾਂ ਸਾਰੇ ਹੀ ਆ। ਅਸੀਂ ਸਾਰੇ ਯਿਸੂ ਦੀ ਦੁਲਹਨ ਆ, ਅਤੇ ਅਸੀਂ ਕੀ ਕਰਨਾ? ਯਿਸੂ ਨੂੰ, ਆਪਣੇ ਦੁਲਹੇ ਨੂੰ ਨਾਰਾਜ਼ ਨਹੀਂ ਕਰਨਾ, ਬਲਕਿ ਉਹਦੇ ਜੋ ਕਹਿੰਦਾ ਉਸ ਨੂੰ ਅਸੀਂ ਪੂਰਾ ਕਰਨਾ। ਅਤੇ ਇਸ ਕਰਕੇ ਲਿਖਿਆ ਬਾਣੀ ਦੇ ਨਾਲ ਉਹਨੂੰ ਕੀ ਕਰੇਗਾ? ਉਹ ਸ਼ੁੱਧ ਕਰੇਗਾ, ਪਵਿੱਤਰ ਕਰੇਗਾ। ਅਤੇ ਜਦੋਂ ਬਾਣੀ ਨਹੀਂ ਸੁਣਦੇ, ਅਸੀਂ ਕਿੱਦਾਂ ਪਵਿੱਤਰ ਹੋਵਾਂਗੇ? ਕਿੱਦਾਂ ਆਪਣੇ ਆਪ ਨੂੰ ਸਾਫ਼ ਕਰਾਂਗੇ? ਕਿਉਂਕਿ ਸਾਨੂੰ ਪਤਾ ਹੀ ਨਹੀਂ ਲੱਗਣਾ ਅਸੀਂ ਕੀ ਕਰਦੇ ਪਏ ਹਾਂ। ਅਤੇ ਜਦੋਂ ਮੰਨ ਲਓ ਜਿਹੜਾ 2 ਹਫ਼ਤੇ ਸੰਗਤੀ ਛੱਡ ਗਿਆ, ਅਤੇ ਤੀਜੇ ਹਫ਼ਤੇ ਉਹਨੂੰ ਹੋਣਾ ਮੈਂ ਹੁਣ ਜਾਵਾਂ ਕਿ ਨਾ ਜਾਵਾਂ, ਹੈ ਨਾ। ਸ਼ੈਤਾਨ ਇਸ ਤਰ੍ਹਾਂ ਭਰਮਾ 'ਚ ਪਾ ਦਿੰਦਾ। ਅਤੇ ਇਸ ਕਰਕੇ ਉਹ ਅਸੀਂ ਕਿੰਨਾ ਪ੍ਰਭੂ ਦੇ ਪਿਆਰ 'ਚ ਵਧਾਂਗੇ। ਜਿਹੜਾ ਲਗਾਤਾਰ ਤੁਰਿਆ ਰਹਿੰਦਾ, ਅਤੇ ਉਹਨੂੰ ਫਿਰ ਪਤਾ ਲੱਗ ਜਾਂਦਾ ਵੀ ਉਹਨੂੰ ਜਦੋਂ ਦਿਨ ਆ ਜਾਂਦਾ, ਅਤੇ ਉਹਨੂੰ ਕੀ ਆ? ਉਹਨੂੰ ਤੋੜ ਲੱਗਣੀ ਸ਼ੁਰੂ ਹੋ ਜਾਂਦੀ। ਜਿੱਦਾਂ ਇੱਕ ਸ਼ਰਾਬੀ ਨੂੰ ਨਾ ਸ਼ਾਮ ਨੂੰ ਜਦੋਂ 5-6 ਵੱਜ ਜਾਂਦੇ, ਅਤੇ ਉਹਨੂੰ ਤੋੜ ਲੱਗਣੀ ਸ਼ੁਰੂ ਹੋ ਜਾਂਦੀ। ਤਾਂ ਜਦੋਂ ਅਸੀਂ ਲਗਾਤਾਰ ਸੰਗਤੀ ਕਰਦੇ, ਸਾਡਾ ਵੀ ਇਹੀ ਹਾਲਾਤ ਬਣ ਜਾਂਦਾ ਕਿ ਸਾਡਾ ਉਹ ਸਮਾਂ ਆ ਗਿਆ, ਅਸੀਂ ਪ੍ਰਭੂ ਦੇ ਘਰ ਵਿੱਚ ਜਾਣਾ। ਕਿਉਂਕਿ ਦਾਊਦ ਕਹਿੰਦਾ, ਜਦੋਂ ਅਸੀਂ ਜ਼ਬੂਰ 'ਚ ਪੜ੍ਹਦੇ ਹਾਂ, ਜ਼ਬੂਰ 122 'ਚ, ਉਹ ਕਹਿੰਦਾ ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਆਓ ਯਹੋਵਾ ਦੇ ਘਰ ਚਲੀਏ। ਅਤੇ ਇਸ ਕਰਕੇ ਸਾਨੂੰ ਖੁਸ਼ੀ ਨਾਲ ਪ੍ਰਭੂ ਦੇ ਵਿੱਚ ਵਧਣ ਦੀ ਜ਼ਰੂਰਤ ਆ, ਉਹਦੀ ਆਗਿਆਕਾਰੀ ਕਰਨ ਦੀ ਜ਼ਰੂਰਤ ਆ, ਤਾਂ ਕਿ ਸਾਡੇ ਜੀਵਨ 'ਚ, ਸਾਡੇ ਘਰ ਵਿੱਚ ਕੋਈ ਇਸ ਤਰ੍ਹਾਂ ਦਾ ਘਾਟਾ ਨਾ ਰਹੇ। ਆਈਏ ਅਸੀਂ ਪ੍ਰਾਰਥਨਾ ਕਰੀਏ। ਤਾਰੀਫ, ਹਾਲੇਲੂਇਆ, ਧੰਨਵਾਦ ਪ੍ਰੇਮੀ ਪਰਮੇਸ਼ਰ ਪਿਤਾ, ਅਸੀਂ ਤੁਹਾਡਾ ਧੰਨਵਾਦ ਸ਼ੁਕਰ ਕਰਦੇ ਹਾਂ।
ਪ੍ਰਭੂ ਅੱਜ ਦੇ ਸੱਚੇ ਔਰ ਜਿਉਂਦੇ ਬਚਨਾਂ ਦੇ ਲਈ, ਤੁਹਾਡੀ ਗੱਲਬਾਤ ਲਈ ਪ੍ਰਭੂ ਜੀ। ਹਾਲੇਲੂਇਆ। ਤੁਸੀਂ ਪਵਿੱਤਰ ਪਰਮੇਸ਼ਰ ਹੋ, ਤੁਸੀਂ ਆਪਣੇ ਲੋਕਾਂ ਨੂੰ ਪਵਿੱਤਰ ਕਰਦੇ ਹੋ ਆਪਣੇ ਵਚਨ ਦੇ ਦੁਆਰਾ ਪ੍ਰਭੂ ਜੀ। ਹਾਲੇਲੂਇਆ। ਤੁਸੀਂ ਪ੍ਰਭੂ ਇਸ ਕਲੀਸਿਆ ਉੱਤੇ ਆਪਣੇ ਲੋਕਾਂ ਉੱਤੇ ਦਇਆ ਕਰੋ ਪ੍ਰਭੂ ਜੀ, ਤਾਂ ਕਿ ਇਹਨਾਂ ਨੂੰ ਲਗਾਤਾਰ ਪ੍ਰਭੂ ਤੇਰੇ ਬਚਨਾਂ ਵਿੱਚ, ਤੇਰੀ ਸੰਗਤੀ ਵਿੱਚ, ਪ੍ਰਾਰਥਨਾ ਵਿੱਚ, ਤੇਰੇ ਕੰਮਾਂ ਵਿੱਚ, ਤੇਰੀ ਸੇਵਾ ਵਿੱਚ ਪ੍ਰਭੂ ਵਧਣ ਲਈ ਮਦਦ ਔਰ ਸਹਾਇਤਾ ਕਰੋ, ਕਿਉਂਕਿ ਕਲੀਸਿਆ ਦੁਲਹਨ ਹੈ, ਤੁਸੀਂ ਸਾਡੇ ਦੁਲਹੇ ਹੋ ਪ੍ਰਭੂ ਜੀ। ਤੁਸੀਂ ਇੱਕ ਦਿਨ ਦੁਲਹਨ ਨੂੰ ਲੈਣ ਵਾਸਤੇ ਆ ਰਹੇ ਪ੍ਰਭੂ ਜੀ। ਸੱਚਮੁੱਚ ਪ੍ਰਭੂ ਜੀ ਇਹ ਸਭ